ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਟੇਸ਼ਨ ਦੇ ਇਸ ਪਲੇਟਫਾਰਮ ਤੇ ਇਸ ਟਾਕ ਸ਼ੋ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ। ਇਸ ਵਕਤ ਅਸੀਂ ਇੱਕ ਖਾਸ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਨਾਲ ਲੈ ਕੇ ਆ ਰਹੇ ਹਾਂ। ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਕੋਈ ਨਾ ਕੋਈ ਵਧੀਕੀਆਂ ਜਿਹੜੀਆਂ ਹੈ ਉਹ ਹਮੇਸ਼ਾ ਹੀ ਸੁਣਨ ਨੂੰ ਮਿਲਦੀਆਂ ਨੇ। ਸਿੱਖਾਂ ਦੇ ਸੰਘਰਸ਼ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ, ਭਾਵੇਂ ਕਿਸੇ ਦੁਨੀਆ ਦੇ ਕਿਸੇ ਹੋਰ ਕੋਨੇ ਵਿੱਚ, ਅਸੀਂ ਰੋਜ਼ ਕੋਈ ਨਾ ਕੋਈ ਖਬਰਾਂ ਇਹੋ ਜਿਹੀਆਂ ਸੁਣਦੇ ਹਾਂ ਕਿ ਜਿਹਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਨੇ ਉਹ ਵਲੂੰਦਰੇ ਜਾਂਦੇ ਨੇ। ਪਰ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਜਦੋਂ ਇਹ ਜਿਹੜਾ ਸੰਘਰਸ਼ ਹੈ, ਕਿਸੇ ਜਿਹੜੇ ਕਹਿੰਦੇ ਸੰਘਰਸ਼ ਨੂੰ ਫੁੱਲ ਪੈਂਦੇ ਨੇ, ਤਾਂ ਉਦੋਂ ਬਹੁਤ ਖੁਸ਼ੀ ਵੀ ਹੁੰਦੀ ਹੈ। ਤੇ ਇਸੇ ਤਰ੍ਹਾਂ ਦਾ ਇੱਕ ਜਿਹੜਾ ਫਰਾਂਸ ਕੰਟਰੀ ਹੈ, ਉਹਦੇ ਵਿੱਚ ਜਿੱਥੇ ਕਿ ਸਿੱਖਾਂ ਦੀ ਦਸਤਾਰ ਤੇ ਬੈਨ ਲੱਗਾ ਹੋਇਆ ਤੇ ਬਹੁਤ ਲੰਬੇ ਦੇਰ ਤੋਂ ਸੰਘਰਸ਼ ਚੱਲ ਰਿਹਾ ਹੈ। ਸੋ ਉਸ ਕੰਟਰੀ ਦੇ ਵਿੱਚ ਪਹਿਲੇ ਸਿੱਖ ਜਿਹੜੇ ਕਿ ਦਸਤਾਰਧਾਰੀ ਸਿੱਖ ਨੇ, ਉਹਨਾਂ ਨੇ ਉੱਥੋਂ ਦੀ ਗਵਰਨਮੈਂਟ ਦੇ ਵਿੱਚ ਪੈਰ ਰੱਖਿਆ ਆਪਣੀ ਸਾਬਤ ਸੂਰਤ ਦਸਤਾਰ ਦੇ ਨਾਲ, ਤੇ ਉੱਥੋਂ ਦੇ ਪਹਿਲੇ ਡਿਪਟੀ ਜਿਹੜੇ ਸਿੱਖ ਮੇਅਰ ਜਿਹੜੇ ਬਣਨ ਦਾ ਮਾਣ ਉਹਨਾਂ ਨੂੰ ਹਾਸਿਲ ਹੋਇਆ ਹੈ। ਸੋ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਹੈ, ਤੇ ਅਸੀਂ ਸਰਦਾਰ ਰਣਜੀਤ ਸਿੰਘ ਗੁਰਾਇਆ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ। ਸੋ ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Waiguru ji ka khalsa, Waiguru ji ki fateh. Thank you very much for giving me some time here. So thanks to yourself actually for giving your valuable time and accepting our request to join for this show. So ਬਹੁਤ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਸੋ ਜੀ। ਪਹਿਲਾਂ ਥੈਂਕ ਯੂ ਸੋ ਮਚ। ਸੋ ਪਹਿਲਾਂ ਸਾਡੇ ਆਸਟ੍ਰੇਲੀਆ ਵੱਲੋਂ ਤੇ ਪੂਰੀ ਦੁਨੀਆ ਵੱਲੋਂ ਤੁਹਾਨੂੰ ਬਹੁਤ ਵਧਾਈਆਂ। ਐਕਚੁਅਲੀ ਬੜੇ ਸਿੱਖਾਂ ਵਾਸਤੇ ਬਹੁਤ ਇੱਕ ਮਾਣ ਦੀ ਗੱਲ ਹੈ ਕਿ ਤੁਸੀਂ ਜਿਸ ਪ੍ਰਾਪਤੀ ਤੇ ਤੁਸੀਂ ਪਹੁੰਚੇ ਹੋ ਫਰਾਂਸ ਦੇ ਵਿੱਚ, ਜਿਹੜਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਨਾਮ ਹੈ ਉਹ ਉੱਚਾ ਹੋਇਆ ਹੈ। ਕਿਉਂਕਿ ਫਰਾਂਸ ਇਜ਼ ਕੰਸੀਡਰਡ ਅ ਕੰਟਰੀ ਜਿੱਥੇ ਕਿ ਫਰਾਂਸ ਦੀ ਹਮੇਸ਼ਾ ਜਦੋਂ ਗੱਲ ਕਰਦੇ ਹਾਂ ਤੇ ਟਰਬਨ ਬੈਨ ਜਿਹਨੂੰ ਕਿਹਾ ਜਾਂਦਾ ਕਿ ਦਸਤਾਰ ਤੇ ਜਿਹੜੀ ਪਾਬੰਦੀ ਲੱਗੀ ਹੋਈ ਹੈ, ਉਹ ਜਿਹੜਾ ਕੀਵਰਡ ਹੈ ਉਹ ਸਾਡੇ ਕੰਨਾਂ ਦੇ ਵਿੱਚ ਜਿਹੜਾ ਗੂੰਜਦਾ ਹੈ। ਤੇ ਉਸ ਦੇਸ਼ ਦੇ ਵਿੱਚ ਜਿਹੜੀ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ, ਇਟਸ ਰੀਅਲੀ ਸਮਥਿੰਗ ਜਿਹੜੀ ਸਾਨੂੰ ਸਾਰਿਆਂ ਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ। ਸੋ ਬਹੁਤ ਤੁਹਾਨੂੰ ਸਾਡੇ ਸਾਰਿਆਂ ਵੱਲੋਂ ਵਧਾਈਆਂ। ਸੋ ਰਣਜੀਤ ਸਿੰਘ ਜੀ, tell us how is the community celebrating your success over there? The Sikh community here, especially Punjabi, Gujaratis, Tamil people, all the South Asian community is very happy about this news that Sikh Sardar is nominated as a deputy mayor in Bobigny. Et ਕਾਫੀ ਖੁਸ਼ੀ ਵਾਲੀ ਗੱਲ ਵਾ। ਇਹ ਕਾਫੀ ਪਿਛਲੇ ਹੁਣ ਹਫ਼ਤੇ ਤੋਂ ਲੈ ਕੇ ਉਹਨੇ ਕਾਫੀ ਖੁਸ਼ੀਆਂ ਮਨਾਉਂਦੇ ਪਏ ਆ। ਇਹ ਕਾਫੀ ਵੱਡੀਆਂ ਆਸਾਂ ਹੈਗੀਆਂ ਸਾਡੇ ਤੇ, ਤੇ ਆਪਾਂ ਕੋਸ਼ਿਸ਼ ਕਰਦੇ ਪਏ ਕਿ ਜਿਹੜੇ ਇਹ ਆਸਾਂ ਆਪਾਂ ਪੂਰੀਆਂ ਕਰੀਏ ਆਪਣੇ ਲੈਵਲ ਤੇ। ਸੋ ਖੁਸ਼ੀ ਵਾਲੀ ਗੱਲ ਹੈਗੀ ਆ। ਆਪਾਂ ਕਾਫੀ ਰਲੀ ਹਾਂ ਕਿ ਆ ਜਿੰਨਾ ਵੀ ਪਿਆਰ ਮਿਲਣ ਡਿਆ ਸਾਰੀ ਕਮਿਊਨਿਟੀ ਤੋਂ, ਖਾਸ ਤੌਰ 'ਤੇ ਸਿੱਖ ਕਮਿਊਨਿਟੀ, ਪਰ also Punjabis, Gujarati, Tamils, everyone's very happy to have someone from their own communities to take up the call, their voices at the municipal corporation. That's really great. ਜੇ ਤੁਸੀਂ ਪੰਜਾਬ 'ਚ ਹੁੰਦੇ ਤੇ ਪੰਜਾਬ ਦੇ ਵਿੱਚ ਬਹੁਤ ਢੋਲ ਵੱਜਣੇ ਸੀ ਤੇ ਤੁਹਾਡਾ ਜ਼ਿਆਦਾ ਸਵਾਗਤ ਜਿਹੜਾ ਤੇ ਬਹੁਤ ਵਧੀਆ ਖੁਸ਼ੀ ਮਨਾਈ ਜਾਣੀ ਸੀ। ਬਟ ਇਟਸ ਗ੍ਰੇਟ ਕਿ ਤੁਸੀਂ ਇਸ ਕੰਟਰੀ ਦੇ ਵਿੱਚ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ, ਤੇ ਸਾਨੂੰ ਸਾਰਿਆਂ ਨੂੰ ਹੀ ਇੱਥੇ ਬੈਠੇ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ। ਸੋ ਰਣਜੀਤ ਜੀ, ਜਸਟ ਸਾਨੂੰ ਥੋੜਾ ਜਿਹਾ ਆਪਣੀ ਬੈਕਗਰਾਉਂਡ ਬਾਰੇ ਦੱਸੋ ਕਿ ਤੁਸੀਂ ਆਰ ਯੂ ਬੋਰਨ ਇਨ ਫਰਾਂਸ ਕਿ ਜਾਂ ਤੁਸੀਂ ਪੰਜਾਬ ਤੋਂ, ਤੇ ਤੁਹਾਡੀ ਥੋੜੀ ਜਿਹੀ ਬੈਕਗਰਾਉਂਡ ਬਾਰੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਜੀ। So ਮੇਰੀ ਬੈਕਗਰਾਉਂਡ ਬਾਰੇ ਅਸਲ ਤੇ ਮੈਂ ਬੋਰਨ ਐਂਡ ਰੇਜ਼ਡ ਇਨ ਫਰਾਂਸ, ਜੰਪਾ ਲੱਗੇ ਇੱਥੇ ਫਰਾਂਸ ਦੇ। ਸ਼ੁਰੂ ਤੋਂ ਲੈ ਕੇ ਮੇਰੇ ਮਾਤਾ ਪਿਤਾ 1970 ਵਿੱਚ ਇੱਥੇ ਫਰਾਂਸ ਵਿੱਚ ਪਹੁੰਚ ਗਏ ਸੀ, ਤੇ we are the first generation of Sikhs in France. We had to struggle a lot for a lot of issues. ਪਰ ਸਿੱਖੀ ਦੀ ਗੱਲ ਕਰੀਏ, ਸਾਨੂੰ ਇੱਥੇ ਸਿੱਖੀ ਵੀ ਪ੍ਰਾਪਤ ਹੌਲੀ ਹੋਈ ਆ। ਖਾਸ ਤੌਰ 'ਤੇ ਚੱਲਦਾ ਵੀ ਜਥਾ, ਜੋ ਕਿ ਇੱਕ ਬਹੁਤ ਵੱਡੀ ਸੰਸਥਾ ਆ ਜਿਹੜੀ ਗੁਰਮਤ ਕੈਂਪ ਲਾਉਂਦੇ ਰਹੇ ਫਰਾਂਸ ਦੇ ਵਿੱਚ, ਸਾਰੇ ਯੂਰਪ ਦੇ ਵਿੱਚ। ਇਹ ਭਾਈ ਰਜਿੰਦਰ ਸਿੰਘ ਜੀ, ਜੋ ਕਿ ਉਸ ਟਾਈਮ ਦੇ ਜ਼ਿੰਮੇਵਾਰ ਸਨ, ਉਹਨੇ ਕਾਫੀ ਪ੍ਰਚਾਰ ਕੀਤਾ, ਤੇ ਸਿੱਖੀ ਦਾ ਫਲ ਯੂਰਪ ਦੇ ਵਿੱਚ ਤੇ ਖਾਸ ਤੌਰ 'ਤੇ ਫਰਾਂਸ ਵਿੱਚ ਉਹਨਾਂ ਨੇ ਪਾਇਆ। ਇਹ ਅੱਜ ਆਪਾਂ ਉਹੀ ਫੁੱਲ ਆ ਜਿਹੜੇ ਪੱਤੇ ਆਪਾਂ ਫਰਾਂਸ ਵਿੱਚ ਸਰਦਾਰ ਦਿਸਣ ਦੇ ਆ, ਜਿਸ ਤਰ੍ਹਾਂ ਆਪਾਂ ਸਿੱਖੀ ਪ੍ਰਾਪਤ ਕੀਤੀ ਆ ਗੁਰਮਤ ਕੈਂਪਾਂ ਵਿੱਚ। ਇਹ ਹੁਣ ਫਰਾਂਸ ਦੇ ਵਿੱਚ ਜਿਹੜੇ ਸਾਡੀ ਮੁਸ਼ਕਿਲਾਂ ਆ ਰਹੀਆਂ, ਇਹ ਸ਼ੁਰੂ ਤੋਂ ਆ ਰਹੀਆਂ। ਹੁਣ 2004 ਵਿੱਚ ਸਾਨੂੰ ਕਾਫੀ ਮੁਸ਼ਕਿਲਾਂ ਆਈਆਂ ਸੀ ਐਜ਼ ਅ ਸਿੱਖ। ਕਈ ਲੋਕ ਪਾਸ ਕੀਤੇ ਗਏ ਆ। ਦੋ ਖਾਸ ਮੁਸ਼ਕਿਲਾਂ ਆ ਰਹੀਆਂ ਸਿੱਖਾਂ ਵਾਸਤੇ। ਫਰਸਟ ਹੈਗੀ ਆ ਦਸਤਾਰ ਦੀ ਪਾਬੰਦੀ ਸਕੂਲਾਂ ਦੇ ਵਿੱਚ, ਤੇ ਦੂਜੀ ਮੁਸ਼ਕਿਲ ਆ ਰਹੀ ਆ ਦਸਤਾਰ ਦੀ ਪਾਬੰਦੀ ID ਕਾਰਡ ਤੇ। ਸੋ ਸਾਡੇ ਪਾਸਪੋਰਟ, ID ਕਾਰਡ, ਹੈਲਥ ਕਾਰਡ, every document with ID pictures, we can't wear a turban. It's very complicated, humiliating for all the community. Since these laws were passed,
ਆਪਾਂ ਨੌਜਵਾਨ ਫਰਾਂਸ ਦੇ ਆਪਣੇ ਭੈਣਾਂ ਤੇ ਬ੍ਰਦਰਸ ਐਂਡ ਸਿਸਟਰਸ ਸਾਰੇ ਇਕੱਠੇ ਹੋ ਕੇ ਆਪਾਂ ਲੋਬੀ ਕਰਦੇ ਰਹੇ ਹੈਜ਼ ਆਰਗੇਨਾਈਜੇਸ਼ਨਸ। ਇਹ ਸ਼ੁਰੂ ਤੋਂ ਲੈ ਕੇ 2004 ਤੋਂ ਲੈ ਕੇ ਅੱਜ ਤੱਕ ਆਪਾਂ ਸਿਰਫ ਲੋਬੀ ਕਰਦੇ ਰਹੇ। ਇਹ ਹੁਣ ਆਪਾਂ ਆਹੀ ਸੋਚਦੇ ਸੀ ਪਿਛਲੇ ਸਾਲ ਤੋਂ ਲੈ ਕੇ ਕਿ ਆਪਾਂ ਹੁਣ ਅਗਲਾ ਸਟੈਪ ਚੁੱਕੀਏ ਕਿ ਆਪਾਂ ਇਹ ਸਿਆਸਤ ਲਹਿਰ ਵਿੱਚ ਆਈਏ, ਕਿਉਂਕਿ ਇਸੇ ਤਰ੍ਹਾਂ ਹੀ ਆਪਾਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹਾਂ। ਅਤੇ ਇਹ ਹੈਗੀ ਸੈਲਫ ਆਟੋ ਡਿਟਰਮੀਨੇਸ਼ਨ ਦੀ ਗੱਲ ਹੈਗੀ ਆ। ਜਿੰਨਾ ਚਿਰ ਆਪਾਂ ਸਰਕਾਰ ਦੇ ਵਿੱਚ ਹਾਜ਼ਰ ਨਾ ਹੋਵਾਂਗੇ ਸਾਡੀ ਗੱਲ ਸੁਣਨਗੇ। ਇਹ ਹੁਣ ਜਦੋਂ ਆਪਾਂ ਨੂੰ ਜ਼ਿੰਮੇਵਾਰੀ ਮਿਲੀ ਆ ਇਹ ਲੰਬੀ ਇਲੈਕਸ਼ਨ ਦੇ ਵਿੱਚ ਆਪਾਂ ਕਾਫੀ ਕੰਮ ਕੀਤਾ ਅਤੇ ਲੋਕਾਂ ਕੋਲ ਗਏ ਹਾਂ, ਲੋਕਾਂ ਨੂੰ ਆਪਾਂ ਪੇਸ਼ ਕੀਤਾ ਕਿ ਸਾਡਾ ਆਹ ਪ੍ਰੋਜੈਕਟ ਹੈਗਾ 6 ਸਾਲ ਵਾਸਤੇ। ਆਪਾਂ ਕਾਫੀ ਰਲੀ ਹਾਂ ਜਿਹੜੀ ਪੋਪੂਲੇਸ਼ਨ ਆਫ ਬਬਨੀ ਤੋਂ ਕਿ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਅਤੇ ਆਪਾਂ ਉਹਨਾਂ ਦਾ ਭਰੋਸਾ ਪੂਰਾ ਕਰਾਂਗੇ ਇਸ 6 ਮਹੀਨੇ ਮੈਂਡੇਟ ਵਾਸਤੇ। ਬਿਲਕੁਲ ਜੀ। ਸੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇੰਨੇ ਸਟਰਗਲ ਤੋਂ ਬਾਅਦ ਇੰਨੇ ਚੈਲੰਜਸ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਇਸ ਮਾਣ ਨੂੰ ਜਿਹੜਾ ਪ੍ਰਾਪਤ ਕੀਤਾ ਹੈ। ਸੋ ਰਣਜੀਤ ਜੀ, ਜਦੋਂ ਤੁਸੀਂ ਬਬਗਿਨੀ ਜਿਹੜੀ ਕਾਉਂਸਲ ਦੇ ਵਿੱਚੋਂ ਜਿੱਥੇ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ, ਥੋੜਾ ਜਿਹਾ ਸਾਨੂੰ ਕਾਉਂਸਲ ਬਾਰੇ ਵੀ ਦੱਸੋ ਕਿ ਲਾਈਕ ਕਿੰਨੀ ਕੁ ਕਮਿਊਨਿਟੀ ਜਿਹੜੀ ਸਿੱਖ ਕਮਿਊਨਿਟੀ ਕਿੰਨੀ ਕੁ ਰਹਿੰਦੀ ਹੈ ਤੇ ਵਾਟ ਵਾਸ ਯੂਰ ਏਜੰਡਾ ਔਨ ਦਾ ਬੇਸਿਸ ਆਫ ਵਿਚ ਯੂ ਹੈਵ ਵਨ ਦਿਸ ਇਲੈਕਸ਼ਨ। ਜਿਹੜੀ ਪਾਰਟੀਕੁਲਰਿਟੀ ਹੈਗੀ ਆ ਬਬਨੀ ਸ਼ਹਿਰ ਦੀ ਆ ਵੀ ਇੱਕ ਵੱਡੀ ਖਾਸੀਅਤ ਹੈਗੀ ਆ। ਈਵਨ ਦੋ ਵੀ ਹੈਵ ਦ ਓਲਡੈਸਟ ਗੁਰਦੁਆਰਾ ਇਨ ਬਬਨੀ ਸ਼ਹਿਰ, ਸਿੱਖਾਂ ਦੀ ਵੋਟ ਸਿਰਫ 35 ਵੋਟ ਵਾ, ਓਨਲੀ 35 votes. The committee, we won the city with 6,000 votes, no 8,000 votes। ਜਿਹੜੀ ਖਾਸੀਅਤ ਆ ਈਵਨ ਬਾਵਜੂਦ ਆਪਾਂ ਛੋਟੀ ਕਮਿਊਨਿਟੀ ਹੋਣ ਦੇ ਨਾਤੇ ਲੋਕਾਂ ਨੂੰ ਕਾਫੀ ਖੁਸ਼ੀ ਹੋਈ ਹੈ ਕਿ ਜੋ ਆਪਾਂ ਲੋਕਾਂ ਦੇ ਘਰ ਜਾਂਦੇ ਸੀ ਡੋਰ ਟੂ ਡੋਰ ਪ੍ਰੋਗਰਾਮ, ਇਹਨਾਂ ਨੂੰ ਇੱਕ ਸਰਦਾਰ ਦਾ ਚਿਹਰਾ ਵਿਖਿਆ। ਇਹ ਜੋ ਇੱਕ ਸਰਦਾਰ ਵਿਖਿਆ ਕਾਫੀ ਖੁਸ਼ਹਾਲ ਹੋਏ ਕਿ ਦੇਖੋ ਨਵੀਂ ਟੀਮ ਆ ਰਹੀ ਹੈ, ਨਵੀਂ ਰਿਨਿਊਵਲ ਆਫ ਇਲੈਕਟ ਪੀਪਲ ਆ ਰਹੇ ਆ। ਅਤੇ ਆਪਾਂ ਵੀ ਸਦਾ ਕੋਸ਼ਿਸ਼ ਸੀ ਕਿ ਬਬਨੀ ਸ਼ਹਿਰ ਦੇ ਵਿੱਚ ਆਪਾਂ ਜਿਹੜਾ ਨਵਾਂ ਚਿਹਰਾ ਆਇਆ 2020 ਦਾ ਉਹ ਵੀ ਦੁਬਾਰਾ ਪੇਸ਼ ਆਪਣੀ ਸਰਕਾਰ ਦੇ ਵਿੱਚ। ਅਤੇ ਸਥਿਤੀ ਬਬਨੀ ਸ਼ਹਿਰ ਦੀ ਹੈਗੀ ਮੋਸਟਲੀ there is Punjabis communities, Hindus, lot of Tamils and Sri Lankans, and also different background of South Africa, North Africa, and French from Europe. So this very diverse city. Why we win this city, for example, is just because we were able to bring new faces, a renewal of the political elites in Bobigny. This is why I think we win this city last Sunday, because we were able to bring new faces, faces, not only faces, but also project by each of us. Each of us, we have our own agenda. And also we have a willing to change the situation. I think it's very important that every people who want to get involved in politics has to be very, first of all, autonomous, to be able to present himself. ਸਾਨੂੰ ਛੋਟੀ ਉਮਰ ਤੋਂ ਲੈ ਕੇ ਸਾਨੂੰ ਪੇਸ਼ ਕੀਤਾ ਗਿਆ ਤੁਸੀਂ ਸਰਦਾਰ ਵਾਂ, ਤੁਸੀਂ ਆਹ ਦਸਤਾਰ ਕਿਉਂ ਬੰਨੀ ਆ, ਦਾੜੀ ਕਿਉਂ ਰੱਖੀ ਆ। ਸਕੂਲ ਦੇ ਵਿੱਚ ਵੀ ਸਾਨੂੰ ਕਾਫੀ ਡਿਸਕ੍ਰਿਮੀਨੇਸ਼ਨ ਪੇਸ਼ ਹੋਈਆਂ, ਲੋਕੀ ਸਾਨੂੰ ਛੇੜਦੇ ਸੀ। ਇਹ ਸਾਡੀ ਓਨ ਕਮਿਊਨਿਟੀ ਵਿੱਚ ਆਹ ਮੁਸ਼ਕਿਲ ਆ ਰਹੀ ਹੈ ਕਿ ਆਪਾਂ ਕਾਫੀ ਸੰਗਦੇ ਹਾਂ, ਵੀ ਆਰ ਵੈਰੀ ਟਿਮਿਡ, ਸੰਗ ਵਿੱਚ ਹੈਗੇ ਹਾਂ। ਜਿੰਨਾ ਚਿਰ ਆਪਾਂ ਆਪਣੇ ਆਪ ਪੇਸ਼ ਨਹੀਂ ਕਰ ਸਕੇ ਫਰੈਂਚ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਆਪਾਂ ਆਪਣੀ ਕਮਿਊਨਿਟੀ ਪੇਸ਼ ਕਰ ਨਹੀਂ ਸਕਦੇ ਹਾਂ। ਸੋ ਮੋਸਟਲੀ ਫਸਟ ਆਫ ਆਲ ਇਹ ਆਪਾਂ ਹੀ ਇਹੀ ਕੰਮ 2004 ਤੋਂ ਲੈ ਕੇ ਅੱਜ ਤੱਕ ਜਿਹੜੀ ਮੁਸ਼ਕਿਲ ਸਾਨੂੰ ਹੋਈਆਂ ਨਾ, ਆਪਾਂ ਕੋਸ਼ਿਸ਼ ਕੀਤੀ ਆ ਪ੍ਰਚਾਰ ਕਰੀਏ ਕਿ ਆਪਾਂ ਆਪਣੇ ਆਪ ਨੂੰ ਇੱਕ ਤਾਂ ਚੜ੍ਹਦੀ ਕਲਾ ਵਿੱਚ ਆਪਾਂ ਪੇਸ਼ ਕਰੀਏ ਕਿ ਆਪਾਂ ਖੁਸ਼ਹਾਲ ਹੈਗੇ ਹਾਂ, ਆਪਾਂ ਆਪਣੇ ਆਪ ਨੂੰ ਫਰੈਂਚ ਫਕਰਨਾ ਕਹਿੰਦੇ ਹਾਂ, ਫਰੈਂਚ ਅਤੇ ਸਿੱਖ ਹੈਗੇ ਹਾਂ। ਅਤੇ ਇਸੇ ਤਰ੍ਹਾਂ ਹੀ ਆਪਾਂ ਇਸ ਸ਼ਹਿਰ ਬਬਨੀ ਸ਼ਹਿਰ ਵਿੱਚ ਆਪਾਂ ਪੇਸ਼ ਕਰ ਸਕੇ ਕਿ ਦੇਖੋ even though we have a small community in Bobigny, we are able to represent all the populations and we are very open. And this is typically the Sikhi that we taught our gurus to be representative of all people, humankind. Et ਆਪਾਂ ਅੱਜ mind of sets we get from the Sikhi and Gurdwara and all the government camps, we were able to bring it on the politics in France. That's really great. I think ਜਿਹੜਾ ਤੁਸੀਂ ਮੈਂਸ਼ਨ ਕੀਤਾ ਕਿ ਲਾਈਕ ਯੂ ਬੀਨ ਐਸੋਸੀਏਟਿਡ ਵਿਦ ਚੱਲਦਾ ਵਹੀਰ ਜਥਾ, ਜਿਨ੍ਹਾਂ ਨੇ ਕਿ ਤੁਹਾਡੀ ਲਾਈਫ ਤੇ ਬਹੁਤ ਇੰਪੈਕਟ ਤੁਹਾਨੂੰ ਸਿੱਖੀ ਵੱਲ ਜੋੜੇ ਰੱਖਿਆ ਹੈ, ਤੇ ਦ ਪ੍ਰਚਾਰ that you have been doing in France as well, being as a proud French Sikh, I think that's really great. ਤੇ even in Australia ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਗੁਰਮਤ ਕੈਂਪ ਹੈ to connect youth with Sikhi. I think that's really important. So in a countries ਕਿਤੇ ਵੀ ਵੈਸਟ ਦੇ ਵਿੱਚ I think that's really important to connect you with your roots. Yeah, actually, what I think about Gurmat camp is very important because it gives you the tools to be able to present yourself to other people. It's good that we have our zone of comfort in Gurdwara and Gurmat camp. It's
help us to build up yourself. And from this step, you can be able to present yourself in other people, other communities, Yeah. to talk with other people, to say what we are. And when we are able to say what you are able to be a part of this society in public space. It's very important, especially in France. ਸਾਨੂੰ ਫਰਾਂਸ ਵਿੱਚ ਕਾਫੀ ਮੁਸ਼ਕਲਾਂ ਆਈਆਂ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਸਕੂਲ ਤੋਂ ਸਾਨੂੰ ਬਾਹਰ ਕੱਢਿਆ ਗਿਆ, ਸੋ ਆਪਾਂ ਦਸਤਾਰ ਨਾਲ ਜਾ ਨਹੀਂ ਸਕਦੇ ਹਾਂ। ਕਈ ਨੌਜਵਾਨਾਂ ਨੂੰ ਵੀ ਕਾਫੀ ਮੁਸ਼ਕਲਾਂ ਆਈਆਂ ਕੰਮ ਲੱਭਣ ਵਾਸਤੇ, ਕਿਉਂਕਿ ਐਜ਼ ਅ ਸਰਦਾਰ when you come to for an interview, ਜਦੋਂ ਉਹਨੇ ਪਿੱਛੋਂ ਦੇਖ ਲੈਣਾ ਮਿਸਟਰ ਸਿੰਘ, ਤੁਸੀਂ ਆ ਸਰਦਾਰ, I mean they never said that you are Sardar. They just look at you and say, oh, it's you, Mr. Singh, so let's have a meeting. If it's just short for 50 minutes, it means that they don't want to take you. ਮੈਨੂੰ ਆਪ ਪਿਛਲੇ ਸਾਲਾਂ ਤੋਂ ਇਹਨਾਂ ਦੇ ਇੰਟਰਵਿਊ ਪਾਸ ਕਰਨੇ ਪਿਆ, ਜਦੋਂ ਮੈਨੂੰ ਪਤਾ ਕਿ ਜਦੋਂ ਮੀਟਿੰਗ ਸਿਰਫ 10 ਮਿੰਟ ਦੀ ਹੈਗੀ ਆ for an interview for a job as a lawyer or legal advisor, it means that they don't want you. Thank God, ਰੱਬ ਕਰਕੇ ਨਾ, ਜਿੱਦਾਂ ਰੱਬ ਦੇ ਭਰੋਸੇ ਤੇ ਰੱਖ ਕੇ ਨਾ, ਅੱਜ ਜਿਹੜੇ ਫੋਰ ਐਗਜ਼ਾਮਪਲ 2004 ਵਿੱਚ 3 ਨੌਜਵਾਨ ਬਾਹਰ ਕੱਢੇ ਗਏ ਸੀ, ਭਾਈ ਜਸਵੀਰ ਸਿੰਘ ਜੀ, ਭਾਈ ਬਿਕਰਮਜੀਤ ਸਿੰਘ ਜੀ ਤੇ ਦਾਸ, ਆਪਾਂ ਤਿੰਨੇ ਚੜ੍ਹਦੀ ਵਿੱਚ ਹੈਗੇ ਹਾਂ। ਅੱਜ ਤਿੰਨੇ ਨੌਜਵਾਨ, ਆਪਾਂ ਜਿਹੜਾ ਨੌਜਵਾਨ ਸਨ ਉਸ ਟਾਈਮ, ਆਪਾਂ ਆਪਣੇ ਕੰਮ ਵਿੱਚ ਚੜ੍ਹਦੀ ਵਿੱਚ ਹੈਗੇ ਹਾਂ। ਭਾਈ ਜਸਵੀਰ ਸਿੰਘ ਜੀ, he work as a own company. ਭਾਈ ਬਿਕਰਮਜੀਤ ਸਿੰਘ ਜੀ, he's an engineer. ਦਾਸ, I am a legal advisor in a French company. So ਇਹ ਵੀ ਇੱਕ ਕਿਸਮ ਦਾ example ਆਪਣੀ for our own community here in France, that look, ਆਪਣੇ ਮਾਤਾ ਪਿਤਾ ਸਟਰਗਲ ਕਰਦੇ ਰਹੇ ਸੈਟਲ ਹੋਣ ਵਾਸਤੇ ਫਰਾਂਸ ਵਿੱਚ, ਆਪਣੇ ਕੰਮਾਂ ਕਾਰਾਂ ਵਿੱਚ ਸਟਰਗਲ ਕਾਫੀ ਕੀਤੇ ਇਹਨਾਂ ਨੇ, ਤੇ ਹੁਣ ਆਪਾਂ ਨਵੇਂ ਨਿਊ ਓਪਰਚੁਨਿਟੀਜ਼ ਸ਼ੋ ਕਰ ਸਕਦੇ ਹਾਂ। Yeah, we can show to our kids, our new generation, that there's not only the option that our parents passed through, so we can have new opportunities, whether in legal fields, medicals, or in politicals. For example, for the political view, it's very important that we get involved. ਜਿੰਨਾ ਚਿਰ ਸਾਨੂੰ ਸਟਰਗਲ ਕਰਨੇ ਪੈਣਾ, ਸਾਨੂੰ ਜ਼ਰੂਰੀ ਆ ਕਿ ਆਪਾਂ ਜਿਹੜੀ ਇਹ ਨਵਾਂ ਸਟੈਪ ਹੈਗਾ ਸਿਆਸਤ ਦੇ ਵਿੱਚ, ਆਪਾਂ ਹਾਜ਼ਰ ਹੋਈਏ ਜਾਂ ਆਪਾਂ ਆਪਣੀ ਆਵਾਜ਼ ਉਠਾਈਏ। ਇਟਸ ਵੈਰੀ ਇੰਪੋਰਟੈਂਟ to get time, ਆਪਣਾ ਟਾਈਮ ਕੱਢਣਾ, ਆਪਣਾ ਟਾਈਮ ਹਾਜ਼ਰ ਹੋਣਾ, ਉੱਥੇ ਮੀਟਿੰਗ ਵਿੱਚ ਜਾਣਾ। ਇਹ ਜ਼ਰੂਰੀ ਹੈ ਕਿ ਆਪਾਂ ਲੋਕਾਂ ਦੇ ਵਿੱਚ ਵਿਚਰ ਕੇ ਆਪਾਂ ਲੋਕਾਂ ਨੂੰ ਪ੍ਰਚਾਰ ਕਰੀਏ। ਇਹ ਬਹੁਤ ਜ਼ਰੂਰੀ ਹੈਗਾ ਸਾਡੇ ਕੰਮ ਵਾਸਤੇ। ਬਿਲਕੁਲ, ਪ੍ਰਚਾਰ ਬਿਲਕੁਲ ਬਹੁਤ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ, ਭਾਵੇਂ ਪੰਜਾਬ 'ਚ ਹੋਵੇ, ਭਾਵੇਂ ਬਾਹਰਲੀ ਕੰਟਰੀ ਦੇ ਵਿੱਚ, ਪ੍ਰਚਾਰ ਜਿਹੜਾ ਚੱਲਦਾ ਰਹਿਣਾ ਚਾਹੀਦਾ ਹੈ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚੱਲਦਾ ਵਹੀਰ ਜੱਥਾ, ਨਾਮ ਤੋਂ ਹੀ ਕਲੀਅਰ ਹੈ ਕਿ ਚੱਲਦਾ ਵਹੀਰ ਮੀਨ ਕਿ ਜਿਹੜਾ ਪ੍ਰਚਾਰ ਹੈ ਉਹ ਚੱਲ ਰਿਹਾ ਉੱਥੇ ਵੀ। ਸੋ ਦੈਟਸ ਰੀਅਲੀ ਗ੍ਰੇਟ। ਸੋ ਰਣਜੀਤ ਜੀ, ਕਦੀ ਤੁਹਾਡੇ ਮਨ ਦੇ ਵਿੱਚ ਆਇਆ ਕਿ ਲਾਈਕ ਇੰਨੀਆਂ ਪ੍ਰੋਬਲਮਸ ਨੇ, ਇੰਨੇ ਚੈਲੰਜਸ ਆ ਰਹੇ ਨੇ ਫਰਾਂਸ ਦੇ ਵਿੱਚ ਦਸਤਾਰ ਨੂੰ ਲੈ ਕੇ, ਤੇ ਕਦੀ ਤੁਹਾਡੇ ਮਨ 'ਚ ਕਦੀ ਵੀ ਆਇਆ ਕਿ ਮੈਂ ਸ਼ਾਇਦ ਦਸਤਾਰ ਵੀ ਰੱਖਾਂ ਜਾਂ ਨਾ ਰੱਖਾਂ, ਇਸ ਤਰ੍ਹਾਂ ਕਦੀ ਕੋਈ ਖਿਆਲ ਆਇਆ ਕਦੀ ਇਸ ਤਰ੍ਹਾਂ ਮਨ 'ਚ? ਅਸਲ 'ਚ ਦੇਖੋ, ਜਦੋਂ ਆਪਾਂ 2004 when we were excluded from school, ਸਾਨੂੰ ਰੋਜ਼ ਪੁੱਛਦੇ ਸੀ ਤੁਸੀਂ ਤੂੰ ਦਸਤਾਰ ਕਿਉਂ ਪਹਿਨਦੇ ਆ। I was a little 16-17 years old. I mean, I didn't have the answer, because I didn't have the time to build up myself, to be able to assert, confirm who I am. At that time, I used to say that I want to look like my grandfather, my father. They look like Dari. I want to be like them. This is naturally for me the path that I want to follow. This is how, since 2004 to today, I'm able to say that I'm a Sikh, I'm a Sardar. I am also French. I don't have to choose between French and Sikhi. I can have the both. The example is simple: is to be involved, affirm yourself. If you're able to affirm yourself as you are, because if you have trouble to represent yourself by yourself or to your friends, etc., it will impact you. You have to be, first of all, proud of who you are. If you don't know your history, if you don't know the history of the Sikhi, अपना इतिहास काफी गंभीर हुआ ते इंटरेस्टिंग हैगा। गुरमत कैंपा विच काफी ज्ञान मिलिया। इसी तरह ਆਪਾਂ we were able to build ourselves with the history of gurus. Also, I will take a simple example about France and Sikhi. It's about Maharaja Ranjit Singh. Maharaja Ranjit Singh ਨੇ ਇੱਕ ਰਾਜ ਸਥਾਪਿਆ ਸੀ ਪੰਜਾਬ ਦੇ ਵਿੱਚ, ਕਿਬਰ ਪਾਸ ਤੋਂ ਲੈ ਕੇ ਦਿੱਲੀ ਦੇ ਕਨੇੜੇ ਤੱਕ, ਤੇ ਉਹ ਰਾਜ ਫਿਰੰਗੀ ਸਨ ਉਸਦੇ ਰਾਜ ਦੇ ਵਿੱਚ। ਜਿਹੜੇ ਫਿਰੰਗੀ foreign soldiers in the Maharaja Ranjit Singh kingdom, there were few Frenches. The most important French was Jean-François Allard, ਜਿਹਨੇ ਫੌਜ ਬਣਾਈ ਸੀ।
ਜਿਹੜੀ ਖਾਸਤ ਸੀ ਮਹਾਰਾਜਾ ਰਣਜੀਤ ਸਿੰਘ ਦੀ ਉਹ ਫੌਜੀ ਖਾਸ ਉਹ ਹਮਲਾ ਕਰਦੀ ਸੀ ਬ੍ਰਿਟਿਸ਼ ਅੰਪਾਇਰ ਦੇ ਨਾਲ ਇਹ ਕਾਫੀ Yeah. ਸਟਰੋਂਗ ਆਰਮੀ ਸੀ ਇਹ ਨਾਲ ਦੇ ਨਾਲ ਫਰਾਂਸ ਉਸ ਟਾਈਮ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਰਿਕਗਨਾਈਜ਼ ਕੀਤਾ ਸੀ ਜਿਹੜਾ ਫਰਾਂਸ ਦਾ ਰਾਜਾ ਸੀ le roi Louis Philippe recognized the kingdom of Maharaja Ranjit Singh. It was really a huge important step to show Yeah. to the British, for example, at that time, that foreign country recognized the Sikh kingdom. Since that time, Sikhs, Punjab and France brings some bridges together. ਪਹਿਲਾਂ ਸੀ Jean-François Allard, ਦੂਜੀ ਗੱਲ ਹੈਗੀ ਆ ਕਪੂਰਥਲਾ ਵਿੱਚ for example ਪੰਜਾਬ ਦੀ ਗੱਲ ਕਰੀਏ ਆਪਾਂ ਮਹਾਰਾਜਾ ਕਪੂਰਥਲਾ was a very francophile. He loved France. ਇਹ ਉਹਨੇ ਉੱਥੇ ਕਪੂਰਥਲਾ ਜਿੱਦਾਂ ਤੁਸੀਂ ਜਾ ਰਹੇ ਹੋ ਉੱਥੇ ਇੱਕ ਖਾਸ ਬਹੁਤ ਪੁਰਾਣੇ ਪੈਲੇਸ ਹੈਗੇ ਆ ਜਿਹੜਾ ਖਾਸ ਪੈਲੇਸ ਹੈਗਾ ਉਹ ਹੈਗਾ ਸੈਨਿਕ ਸਕੂਲ ਸੈਨਿਕ ਸਕੂਲ ਹੀ ਇਜ਼ ਅ ਕਾਪੀ ਆਫ ਸ਼ਾਟੋ de Versailles ਜਿਹੜਾ Louis Sun King of France ਦਾ ਸੇਮ ਕਿਲਾ ਹੈਗਾ so to show that these bridges in culture between France and Punjab since 2004 we just make lobby on that topic to show to the French people that look Sikhs in France have boundaries from long time of Maharaja Ranjit Singh. After that, Maharaja Kapurthala. After that, the First World War, Second World War. A lot of Sikh soldiers fight here with the French to liberate French country. And now, today, we are here. We have new generations. And we have to struggle for our identity. And this is very it's not normal. I mean, if you look at the history. We were always friendship. There was always friendship and partnership between Sikhs and France. Et c'est ça, ਆਪਾਂ ਜਿਹੜਾ lobby ਕਰਦੇ ਪਏ ਹਾਂ since 2004 is on that topic to show that these links between French and Sikhs. And now this is another step. First of all, is to be fully representative as a French and Sikh. To be elected as a deputy mayor, thanks to the mayor Abdul Sadi, with who we win this city. I'm very thankful to Abdul Sadi who gave me this trust to represent him as a deputy mayor in Bobigny. I also have 3 departments in charge. The first one is about the associations and all the structures who work with the city. The second is about healthcare, because in France we are very we care. I mean, we implement the healthcare for everyone. Yeah, the municipal corporation is a huge subject. And the third one is about the digitalization of the corporation. So in these 3 departments, I will be quite involved in touch with the populations. It's very good that I have this opportunity to be in touch with the population, because they will look at me, they will see, look, this is Ranjit Singh, but not only Ranjit Singh, he represents the municipal corporations, he's a Sardar. I think during the 6 years coming, there will be a lot of evolution of mind to look at us, not like foreigners, but like French, like Sikh French in France. That's really great. So what I'm hearing is so many like words and so ਇਥੋਂ ਸਾਨੂੰ ਪਤਾ ਵੀ ਲੱਗਦਾ ਹੈ ਕਿ ਆਪਣੀ ਜਿਹੜੀ ਹਿਸਟਰੀ ਹੈ ਉਹ ਕਿਤੇ ਜਗ੍ਹਾ ਮੇਨਟੇਨ ਕਰਨ ਲੱਗਿਆ and ਜਦੋਂ ਅਸੀਂ ਦਾ ਪ੍ਰਚਾਰ ਕਰਦੇ ਹਾਂ how I mean it's important to maintain that connections with other communities as well. So that's what I'm hearing from you, and I think if any youth is hearing us at this time, and I think it's a lesson for us as well, just why this is important to connect with your history and connect all these monuments and historical places and maintain that history to jada kuch sikhna. So I think that's really well said. So talking further about your recent victory in Bobigny, so tell us about the agendas that you actually fought this election on, and what were the main challenges you faced? First of all, the main challenge that we have to face is about the COVID situations. France passed through a very hard situation. We have a very fragile population in Bobigny. During these last 3 months, we put a lot of solidarity schemes to help all the fragile population in Bobigny Village. Our first goal is to make sure that everyone has the healthcare, be with them to assist them on the whole process to be recovered from the COVID, first of all. And the second step about our program is we fought this election on 2 goals. First was transparency, the second was democracy. Transparency because the past municipal corporation was very subject to
different activity which was not useful, interesting. I mean, they used to pick up some people from each communities and play with them. It was very not correct. I mean, for us, we thought we have a stand clearly is that we want to put in front of every activities all people who work on the fields and not just people or friends coming from different cities. In Bobigny, Ardèche now, transparency was a very huge issue. If we stand for this issue, we want to make sure that in corporations, municipal corporation, everything's passed through process. Everyone has his part and his right to be involved in any activity of the municipal corporation. So the first step about the democracy, it was very. The goal is to make sure that we are a force, a strength of renewal of politics leaders in our city. With me and all the colleagues who are very different backgrounds, we were able to show to the cities that we will be this strengths who will bring new faces. It will be able to handle all the challenges happening in the city. Yeah. So thanks for that. So Ranjit, for in this current municipality or council, I don't know whether you call it municipality or you call it council. But how long is your term for at this stage? Actually, the term is for 6 years. So right now we are for 6 years in charge of the city. The 3 departments which are I'm in charge, associations, so all the sansta in the city who get involved with the municipal corporations. I'm in charge of this huge department because it's the first step. I mean, it's the front door of the municipal corporation with the people. I'm very thankful to Abdesadi to give me this part because I was not expecting this part of responsibility. With this kind of responsibility, I would be very accountable to all the associations in the city. I even start to meet them everyone since Monday, since we were in this city. Since Monday, I'm meeting people. I'm listening all the demands and the needs they have, the expectation they expect from us as a municipal corporation. It's not so easy. First of all, because it's my first time I'm in the politics. I have to be able to listen. To understand what they need and to see how we can be a partner as a municipal corporation with their project. So this is quite new, but I'm trying to learn quite fast to be able to answer to each demand of our city. Yeah. So was it your first time that you tried for this council election, or was it like any other second attempt? Actually, it's my first time. We were. That's really great. Actually, at that time, we were 6 in different towns to get in the municipal corporation elections. Unfortunately, the other brothers and sisters who were involved in the different cities were not able to win the elections. So I'm the only one to be nominated as deputy mayor, the first 6 to be nominated as deputy mayor. There's another thing in countryside, Vivek Pal Singh, who is a council member in the city. We are in France now 2-6 to be in charge in a city, but to be a deputy mayor as a Sardar, it's very it's a huge signal. It's a huge signal to our district. Our city, our district. It's an impact because people look at us and look at like this. Oh, this is Sardar. And also, I think much more people talk about me. Much more the racist people also take up the issue because it's maybe good news for all the 6, but this some far right thinking in our society. I can see on Twitter and some stuff like this where they pick up myself and saying that look, he don't look like a French. My goal also as a deputy mayor in the city is to make sure to every colored people in our town to feel that we are French. We don't have to be dictated by anyone to tell us that we don't look like a French, because the identity of French is diverse. It's more about speaking French. It's more about thinking about healthcare because it's typically French. It's also about loving the French cheese. There's also different kind of stuff that represents French people. We are French at 6. This is one thing I think during the 6 years of terms, I will be facing some kind of challenge with these kind of people who will try to demonize and try to show that we are not French.
on that part, it's very important, first of all, as I told you in before, to be very strong, to represent yourself. First of all, if you are ready, you feel like really comfortable about yourself, you'll be able to represent yourself in any adversity, and you'll be able to answer to anyone who try to destabilize yourself. Yeah. ਸੋ ਬਹੁਤ ਵਧੀਆ, ਸੋ ਤੁਸੀਂ ਪੰਜਾਬੀ ਵੀ ਬਹੁਤ ਵਧੀਆ ਬੋਲ ਲੈਂਦੇ ਹੋ, ਐਂਡ so that's really great ਕਿ being in this position and in a country where one day there's such a rigorous like turban ban, and ਇਸ ਕੰਟਰੀ ਦੇ ਵਿੱਚ ਜਿੱਥੇ ਕਿ ਪਾਸਪੋਰਟ ਦੇ ਉੱਪਰ ਇੱਕ ਟਰਬਨ ਦੇ ਨਾਲ ਇੱਕ ਸਿੱਖ ਦੀ ਫੋਟੋ ਨਹੀਂ ਲੱਗ ਸਕਦੀ, ਸੋ ਉਸ ਕੰਟਰੀ ਦੇ ਵਿੱਚ ਤੁਸੀਂ ਪ੍ਰਚਾਰ ਦੇ ਨਾਲ ਤੇ ਸਿੱਖ ਸਪੋਰਟ ਜਿਹੜੀ ਮਿਲੀ ਹੈ ਤੁਹਾਨੂੰ, you're at this position. I think that's really great. So what are your future plans, being deputy mayor of this council? What are the kind of planned work that you have thought about this council? And also ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਹੁਣ as a officiating deputy mayor, do you think your prachar will actually also become more it will expand as well? I hope so. अपना निशाना ही है कि खास तौर ते एक ਤਾਂ ਦੋ ਲੈਵਲ ਤੇ ਹੈਗਾ, ਇੱਕ ਤਾਂ ਆਪਣੇ ਜੇ ਨੌਜਵਾਨ ਫਰਾਂਸ ਵਿੱਚ ਹੈਗੇ ਆ ਸਾਡੇ ਵੱਲ ਵੇਖ ਕੇ ਉਹ ਵੀ ਆਸ ਕਰਨ ਕਿ ਇਹ ਜੇ ਦਰਵਾਜ਼ੇ ਬੰਦ ਸੀ ਪਹਿਲਾਂ ਖੁੱਲ ਜਾਣ, ਤੇ ਉਹ ਆਪ ਵੀ ਤਿਆਰ ਹੋ ਜਾਣ ਕਿ ਅਗਲੇ ਇਲੈਕਸ਼ਨ ਵਿੱਚ ਜਾਂ ਅਗਲੇ ਪਾਰਟੀ ਵਿੱਚ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਹੈਗੇ ਤੁਸੀਂ ਹਾਜ਼ਰ ਹੋਵੋ, ਆਪਣੇ ਸ਼ਹਿਰ ਦੇ ਵਿੱਚ ਇਨਵੋਲਵ ਹੋਵੋ। ਈਵਨ ਦੋ ਸਿੰਪਲ ਜੀ ਗੱਲ ਹੁੰਦੀ ਹੈ, ਸਿਰਫ ਹਾਜ਼ਰ ਇੱਕ ਮੀਟਿੰਗ ਅਟੈਂਡ ਕਰਨੀ ਆ, ਆਪਣਾ ਟਾਈਮ 1-2 ਘੰਟੇ ਕੀਮਤੀ ਟਾਈਮ ਕੱਢ ਕੇ ਉੱਥੇ ਹਾਜ਼ਰ ਹੋਵੋ, ਉੱਥੇ ਸੁਣੋ। Even just by being present in a meeting of political party, they will look at you, they will come to you to talk with you. It's very important to share, exchange with them, because it is the first step to be after that be in position to be nominated, also to be in core meeting to handle the different election coming. ਮੇਰੀ ਆਸ ਆਹੀ ਹੈ ਕਿ as a deputy mayor ਜਿਹੜਾ ਥੋੜਾ ਜਿਹਾ shining ਮਿਲਣ ਡਿਆ here in public area in Bobigny, it will impact all the cities to look there's a Sardar, he's well. I mean, he's happy. He's making his work. He's deputy mayor. People trust him. So if people can trust him, other people can trust other Sikhs to be involved in politics. This is the first goal. I hope that the next level, the next step, it will be that other youths come. I will try my best to help all these youths to be able to be getting in politics. Any parties, because I am in the left party. This is my personal view, but we can be in Conservative Party or either any party. The goal for us is to be involved in a civil society. The first step is to be ready to be able to represent yourself. The second step is to be involved in the public area. It is step by step. We have very few community. I mean, ਆਪਾਂ ਬਹੁਤ ਛੋਟੀ community ਹੈਗੀ ਫਰਾਂਸ ਵਿੱਚ। ਆਸਟ੍ਰੇਲੀਆ, UK, ਕੈਨੇਡਾ ਡਿਫਰੈਂਟ ਸਿਚੁਏਸ਼ਨ ਹੈਗੀ ਆ, ਸਥਿਤੀ ਵੀ ਡਿਫਰੈਂਟ ਆਬਾਦੀ ਕਰਕੇ। ਆਪਾਂ ਤੇ ਫਰਾਂਸ ਵਿੱਚ ਮੋਰਲੈਸ 20,000 ਹੈਗੇ ਆ ਇਸ ਕੰਪਲੀਟ ਫਰਾਂਸ ਦੇ ਵਿੱਚ। ਜਿੱਦਾਂ ਤੁਹਾਨੂੰ ਦੱਸਿਆ ਬੋਬੀਨੀ ਸ਼ਹਿਰ ਵਿੱਚ ਸਿਰਫ 35 ਵੋਟ ਸਿੱਖਾਂ ਦੀ ਹੈਗੀ ਆ, ਇਹ ਉਦੋਂ ਦੂਜੀ ਵੋਟ ਤਾਂ ਉਹਦੇ ਕਮਿਊਨਿਟੀਜ਼ ਹੈਗੀ ਆ। ਸੋ ਈਵਨ ਦੋ ਆਪਾਂ ਮਿਨੋਰਿਟੀਜ਼ ਹੈਗੇ ਇੱਥੇ, ਤੁਸੀਂ ਚੜ੍ਹਦੀ ਕਲਾ ਵਿੱਚ ਹਾਜ਼ਰ ਹੋ ਸਕਦੇ ਤੇ ਫਤਿਹ ਵੀ ਪਾ ਸਕਦੇ ਇਲੈਕਸ਼ਨ ਦੇ ਵਿੱਚ। ਸੋ ਜੇ ਵੀ ਨੌਜਵਾਨ ਹੈਗੇ ਆ ਵੱਖਰੇ ਸ਼ਹਿਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਕੰਟਰੀਜ਼, ਆਸਟ੍ਰੇਲੀਆ ਫੋਰ ਐਗਜ਼ਾਮਪਲ, ਇਟਸ ਵੈਰੀ ਇੰਪੋਰਟੈਂਟ ਫਰਸਟ ਆਫ ਆਲ ਟੂ ਗੈਟ ਇਨਵੋਲਵ ਇਨ ਐਨੀ ਪਾਰਟੀਜ਼ ਇਫ ਯੂ ਪ੍ਰੈਫਰ ਐਨੀ ਪਾਰਟੀ। ਜਸਟ spend your time, your ਕੀਮਤੀ ਟਾਈਮ ਤੁਸੀਂ ਨਾ ਥੋੜ੍ਹਾ ਜਿਹਾ ਘੰਟੇ 1-2 ਹਾਜ਼ਰ ਹੋ ਮੀਟਿੰਗ ਦੇ ਵਿੱਚ, ਇਸ ਲਈ ਕਰਕੇ ਤੁਹਾਡੇ ਵੱਲ ਦੇਖ ਕੇ ਤੁਸੀਂ ਉਹਨਾਂ ਨਾਲ ਵਿਚਾਰ ਕਰਕੇ ਉਹ ਆਪ ਵੇਖਣਗੇ ਤੁਸੀਂ ਇੱਕ ਐਸੈਟਸ ਹੈਗੇ ਆ, ਤੁਸੀਂ ਇੱਕ you are assets like you can help to win the corporation or any other elections. ਬਿਲਕੁਲ। ਸੋ ਬੜੀ ਤੁਸੀਂ ਇੱਕ ਰੋਲ ਮਾਡਲ ਹੋ ਦੁਨੀਆ ਭਰ ਦੇ ਸਿੱਖਾਂ ਲਈ, ਬਿਕੋਜ਼ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਇੱਕ ਬਹੁਤ ਵੱਡਾ ਮੁਲਕ ਹੈ ਤੇ ਇਸ ਵਕਤ ਇੱਥੇ ਹੁਣ ਸਿੱਖਾਂ ਦੀ ਆਬਾਦੀ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਪਰ ਫਿਰ ਵੀ ਜਦੋਂ ਅਸੀਂ ਗਵਰਨਮੈਂਟ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ ਤੇ ਅਜੇ ਉਹ ਜਿਹੜੀ ਗਵਰਨਮੈਂਟ ਰਿਪਰੈਜ਼ੈਂਟੇਸ਼ਨ ਦੇ ਵਿੱਚ ਸਾਡੇ ਕੋਲ ਬਹੁਤ ਹੀ ਅਜੇ ਘੱਟ ਗਿਣਤੀ ਦੇ ਵਿੱਚ ਜਿਹੜੇ ਸਿੱਖ ਹੈ ਜਿਹੜੇ ਅੱਗੇ ਆਏ ਨੇ। ਸੋ ਆਈ ਥਿੰਕ ਇਟਸ ਅ ਲੈਸਨ, ਤੇ ਉਹ ਤੁਹਾਡੇ ਕੋਲੋਂ ਬਹੁਤ ਕੁਝ ਜਿਹੜਾ ਇੱਕ ਐਜ਼ ਅ ਰੋਲ ਮਾਡਲ ਸਿੱਖ ਸਕਦੇ ਨੇ ਕਿ ਕਿਵੇਂ ਆਪਣੇ ਸਿੱਖੀ ਸਰੂਪ ਦੇ ਵਿੱਚ ਵੀ ਅਸੀਂ ਇੰਨੀਆਂ ਮੁਸ਼ਕਲਾਂ ਦੇ ਬਾਅਦ ਵੀ ਜਿਹੜਾ ਹੈ ਅਸੀਂ ਇੱਕ ਇਹੋ ਜਿਹੀ ਪੋਜੀਸ਼ਨ ਤੇ ਪਹੁੰਚ ਸਕਦੇ ਹਾਂ। ਸੋ ਦੈਟਸ ਰੀਅਲੀ ਗ੍ਰੇਟ। ਸੋ ਰਣਜੀਤ ਜੀ, ਜੇ ਅਸੀਂ ਗੱਲ ਕਰੀਏ, ਲੈਟਸ ਟਾਕ ਅਬਾਊਟ ਸਿੱਖ ਕਮਿਊਨਿਟੀ ਜਿਹੜੀ ਫਰਾਂਸ ਦੇ ਵਿੱਚ ਹੈਗੀ ਹੈ। ਸੋ ਇਸ ਵਕਤ ਤੁਹਾਨੂੰ ਸਿੱਖ ਕਮਿਊਨਿਟੀ ਦੀਆਂ ਕਿਹੜੀਆਂ ਇਸ ਵਕਤ ਵੱਡੇ ਚੈਲੰਜਸ ਲੱਗਦੇ ਨੇ ਜਿਨ੍ਹਾਂ ਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਜੇ ਵੀ?
ਮੋਸਟਲੀ ਜਿਹੜੇ ਜਿੱਥੇ ਸਾਨੂੰ ਸਿੱਖਣ ਦੀ ਮੁਸ਼ਕਿਲਾਂ ਆ ਰਹੀਆਂ ਉਹ ਹੈਗੀ ਆ ਸਕੂਲ ਤੇ ਜਿੱਥੇ ਸਕੂਲ ਦਸਤਾਰ ਤੇ ਪਾਬੰਦੀ ਹੈਗੀ ਆ ਤੇ ਜੀ ਆਈਡੀ ਕਾਰਡ ਜਿੱਥੇ ਦਸਤਾਰ ਤੇ ਪਾਬੰਦੀ ਲੱਗੀ ਆ ਮਿਊਨਿਸਪਲ ਸੋ ਕਾਰਪੋਰੇਸ਼ਨ ਤੁਹਾਡਾ ਦੇ ਵਿੱਚ ਮਤਲਬ ਕਿ ਨਾਰਮਲ ਆਈਡੀ ਕਾਰਡ ਜਾਂ ਪਾਸਪੋਰਟ no ਕਿਹੜਾ ਹੁੰਦਾ ਹੈ any cards we have to remove the ਐਨੀ star ਕਾਰਡਸ and it's shameful ਰਾਈਟ all things ਸਾਡੀ ਮਿਊਨਿਸਪਲ ਕਾਰਪੋਰੇਸ਼ਨ ਤੇ ਇਹ ਲੈਵਲ ਦੀ ਗੱਲ ਹੋ ਨਹੀਂ ਸਕਦੀ ਕਿਉਂਕਿ ਨੈਸ਼ਨਲ ਲੈਵਲ ਤੇ ਹੈਗੀ ਆ ਪਰ ਫਿਰ ਵੀ ਜੀ has at my level with the support of the mayor, we will be able to take up another step for these kind of situations. If, for example, ਜਿਹੜੀ ਸਾਡੀ ਵੱਡੀ ਮੁਸ਼ਕਿਲ ਆ ਰਹੀ ਆਈਡੀ ਕਾਰਡ ਤੇ ਉੱਥੇ ਸਾਡੀ ਆਸ ਹੈਗੀ ਆ ਕਿ ਆਪਾਂ ਫੋਰ ਐਗਜ਼ਾਮਪਲ ਯੂਰਪ ਫਰਾਂਸ ਇੱਕ ਮੁਲਕ ਵਾ ਆਪਾਂ ਇਨਕੋਰਪੋਰੇਟ ਹੈਗੇ ਯੂਰਪੀਅਨ ਯੂਨੀਅਨ ਵਿੱਚ ਸੋ ਯੂਰਪੀਅਨ ਯੂਨੀਅਨ ਜਰਮਨ ਸਪੇਨ ਸਾਰੀ ਕੰਟਰੀ ਇਕੱਠੇ ਹੈਗੀਆਂ ਇਹ ਸਾਡਾ ਇੱਥੇ ਫਰਾਂਸ ਯੂਰਪ ਦੇ ਵਿੱਚ ਨਾ ਯੂਰਪੀਅਨ ਡਰਾਈਵਿੰਗ ਲਾਇਸੈਂਸ ਹੁੰਦਾ ਆ ਜਾਂ ਯੂਨੀਕ ਹੈਗਾ ਸਾਰੇ ਯੂਰਪੀਅਨ ਸਿਟੀਜ਼ਨ ਵਾਸਤੇ ਇਹ ਆਪਾਂ ਇੱਥੇ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਪਏ ਹਾਂ ਕਿਉਂਕਿ ਜਿਹੜਾ ਵੀ ਸਿੱਖ ਜਰਮਨ ਦਾ ਹੋਇਆ ਉਹ ਦਸਤਾਰ ਪਹਿਨ ਸਕਦਾ ਆਪਣੀ ਯੂਰਪੀਅਨ ਡਰਾਈਵਿੰਗ ਲਾਇਸੈਂਸ ਤੇ ਜਾਂ ਇਟਾਲੀਅਨ ਸਿੱਖ ਹੈਗਾ ਉਹ ਦਸਤਾਰ ਪਹਿਨ ਸਕਦਾ ਆਪਣੀ ਯੂਰਪੀਅਨ ਡਰਾਈਵਿੰਗ ਲਾਇਸੈਂਸ ਤੇ ਪਰ ਜਿਹੜਾ ਫ੍ਰੈਂਚ ਸਿੱਖ ਹੈਗਾ ਉਹ ਆਪਣੀ ਯੂਰਪੀਅਨ ਲਾਇਸੈਂਸ ਤੇ ਦਸਤਾਰ ਨਾ ਪਾ ਨਹੀਂ ਸਕਦਾ so this is here very interesting cases that we're gonna focus for the years coming maybe we will be able to win this case because it's clearly an unequal treatment of rights of European citizens on the star on this kind of European driving license so is subject का जैसे काफ़ी गंभीर सिखा वास्ते थे फ्रांस ਦੇ ਵਿੱਚ ਆਪਾਂ ਇਸ ਆਪਾਂ ਕੰਮ ਕਰਦੇ ਪਏ ਹਾਂ ਬਟ ਸਾਨੂੰ ਟਾਈਮ ਦੀ ਲੋੜ ਆ ਮੋਸਟਲੀ ਫਰਾਂਸ ਦੇ ਵਿੱਚ ਇੱਥੇ ਸਾਨੂੰ ਲੋਕਾਂ ਦੇ ਮਨ ਨੂੰ ਚੇਂਜ ਕਰਨਾ ਪੈਣਾ ਸਾਨੂੰ ਈਵਨ ਆਪਾਂ ਛੋਟੀ ਕਮਿਊਨਿਟੀ ਹੈਗੀ ਆ ਸਾਨੂੰ ਕਾਫੀ ਪ੍ਰਚਾਰ ਕਰਨਾ ਪੈਣਾ ਲੋਕਾਂ ਨੂੰ ਸਮਝਾਉਣ ਲਈ ਕਿ ਆਪਾਂ ਫੋਰਨ ਪੀਪਲ ਨਹੀਂ ਹੈਗੇ ਆ ਆਪਾਂ ਫਰੈਂਚ ਹੈਗੇ ਆ ਦੂਜੀ ਗੱਲ ਸਿੱਖ ਧਰਮ ਬਾਰੇ ਵੀ ਸਾਨੂੰ ਪ੍ਰਚਾਰ ਕਰਨਾ ਪੈਣਾ ਕਿ ਲੋਕੀ ਅਜੇ ਤੱਕ ਵੀ ਹੁਣ ਤਾਂ ਲੋਕੀ ਸਮਝਦੇ ਕਿ ਆਪਾਂ ਸਿੱਖ ਹੈਗੇ ਪਰ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਆ ਸਿੱਖ ਕੀ ਹੈਗਾ ਸਿੱਖ ਇੱਕ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਕੋਈ ਹੋਰ ਕੁਛ ਆ ਇਹ ਪੂਰੀ ਜਾਣਕਾਰੀ ਨਹੀਂ ਹੈਗੀ ਆ ਇੱਥੇ ਵੀ ਸਾਨੂੰ ਸਾਰਾ ਕਾਫੀ ਕੰਮ ਹੈਗਾ ਅਜੇ ਤੱਕ ਪ੍ਰਚਾਰ ਕਰਨ ਲਈ ਕਿ ਦੇਖੋ ਸਿੱਖ ਧਰਮ ਇੱਕ ਤਾਂ ਸਰਦਾਰ ਹੋਇਆ ਸਿੱਖ ਪਰ ਉਹਦੇ ਨਾਲ ਵੀ ਇੱਕ ਅਸੂਲ ਹੈਗੇ ਆ ਜੇ ਵੀ ਸਿੱਖ ਧਰਮ ਦੇ ਅਸੂਲ ਹੈਗੇ ਆਪਾਂ ਇੱਥੇ ਆਪਾਂ ਕਾਫੀ ਪ੍ਰਚਾਰ ਕਰਨਾ ਆ ਕਿਉਂਕਿ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਆ ਇਹ ਜਦੋਂ ਮੇਰੀ ਆਸ ਆਹੀ ਆ ਕਿ ਜਿਹੜੇ 10 ਸਾਲ ਵਿੱਚ ਆਉਣ ਵਾਲੇ ਆਪਾਂ ਕਾਫੀ ਤਰੱਕੀ ਕਰ ਸਕਦੇ ਹਾਂ ਇਸ ਜਿਹੜੇ ਮੁਸ਼ਕਿਲਾਂ ਵਾਲੀਆਂ ਸਿੱਖਾਂ ਤੇ ਫਸਟ ਆਫ ਆਲ ਸਕੂਲ ਤੇ ਆਈਡੀ ਕਾਰਡ ਤੇ ਕਿਉਂਕਿ ਆਪਾਂ ਆਹੀ ਹੋਪ ਕਰਦੇ ਪਏ ਇਸ ਨਿਸ਼ਾਨਾ ਵੀ ਆ ਜਿਹੜੇ ਨੌਜਵਾਨ ਇੱਥੇ ਫਰਾਂਸ ਦੇ ਹੈਗੇ ਆ ਕਿ ਆਪਾਂ ਇਹ ਗੱਲਾਂ ਇਹ ਮਸਲੇ ਤੇ ਆਪਾਂ ਲੋਬੀ ਕਰੀ ਜਾਈਏ ਜਾਂ ਆਪਾਂ ਜਿਹੜੇ ਵੀ ਸਾਡੇ ਕੋਲ ਟੂਲਸ ਹੈਗੇ ਲੀਗਲ ਟੂਲਸ ਇਹਨੂੰ ਕਿੱਦਾਂ ਆਪਾਂ ਜੇ ਕਾਨੂੰਨ ਪੁਰਾਣੇ ਪਾਸ ਕੀਤੇ ਗਏ ਚੇਂਜ ਹੋ ਜਾਣ ਕਿਉਂਕਿ ਇਹ ਕਾਨੂੰਨ ਪੁਰਾਣੇ ਪਾਸ ਕੀਤੇ ਗਏ ਪੁਰਾਣੀ ਲੀਡਰਸ਼ਿਪ ਵੱਲੋਂ ਇਹ ਉਹਨਾਂ ਨੂੰ ਸਮਝਣਾ ਪੈਣਾ ਕਿ ਜਿਹੜੀ ਨਿਊ ਜਨਰੇਸ਼ਨ 2020 ਵਿੱਚ ਆ ਰਹੀ ਆ ਉਹ ਨਵਾਂ ਚਿਹਰਾ ਹੈਗਾ ਫਰਾਂਸ ਦਾ ਉਹ ਨਵਾਂ ਚਿਹਰਾ ਫਰਾਂਸ ਦੇ ਵਿੱਚ ਸਿੱਖ ਵੀ ਹੈਗੇ ਆ ਹੋਰ ਵੀ ਧਰਮ ਹੈਗੇ ਆ ਇਹ ਉਹਨਾਂ ਨੂੰ ਸਾਰਿਆਂ ਨੂੰ ਐਕਸੈਪਟ ਕਰਨਾ ਪੈਣਾ ਕਿਉਂਕਿ ਵੀ ਆਰ ਵੈਰੀ ਪ੍ਰਾਊਡ ਫ੍ਰੈਂਚ ਐਂਡ ਸਿੱਖਸ ਸੋ ਬਹੁਤ ਵਧੀਆ ਤੁਸੀਂ ਪੁਆਇੰਟ ਰੱਖਿਆ ਆਈ ਥਿੰਕ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਮੇਨ ਆਬਸਟੈਕਲ ਹੁੰਦਾ ਉਹ ਲੋਕਾਂ ਨੂੰ ਹੀ ਲੱਗਦਾ ਕਿ ਇਹ ਵੱਖਰੇ ਤਰ੍ਹਾਂ ਦੇ ਲੋਕ ਨੇ ਪਰ ਜਦੋਂ ਅਸੀਂ ਉਹਨਾਂ ਨਾਲ ਆਪਣੇ ਆਪ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਨੈਕਟ ਆਪਣੀ ਸਰੂਪ ਛੱਡ ਕੇ ਨਹੀਂ ਆਪਣੀਆਂ ਵੈਲਿਊਜ਼ ਵੀ ਰੱਖਣੀਆਂ ਆਪਣਾ ਕਲਚਰ ਆਪਣੀ ਹਿਸਟਰੀ ਆਪਣੀ ਜਿਹੜੀ ਰਹਿਤ ਹੈ ਉਹ ਸਿੱਖੀ ਰਹਿਤ ਵਾਲੀ ਰੱਖ ਕੇ ਵੀ ਜਿਹੜੀਆਂ ਉਸ ਕੰਟਰੀ ਦੀਆਂ ਵੈਲਿਊਜ਼ ਹੈ ਉਹਨਾਂ ਨੂੰ ਵੀ ਨਾਲ ਪੋਜ਼ਿਟਿਵ ਚੀਜ਼ਾਂ ਲੈ ਕੇ ਜਦੋਂ ਅਸੀਂ ਉਹਨਾਂ ਨਾਲ ਕਨੈਕਟ ਕਰਦੇ ਹਾਂ ਆਈ ਥਿੰਕ ਦੈਟ ਇਜ਼ ਵੈਰੀ ਇੰਪੋਰਟੈਂਟ ਉਹ ਭਾਵੇਂ ਫਰਾਂਸ ਹੋਵੇ ਤੇ ਭਾਵੇਂ ਆਸਟ੍ਰੇਲੀਆ ਜਾਂ ਕੋਈ ਹੋਰ ਕੰਟਰੀ ਹੋਵੇ ਆਈ ਥਿੰਕ ਦੈਟਸ ਰੀਅਲੀ ਇੰਪੋਰਟੈਂਟ So Ranjit ji, you have also touched on very good points, how you were actually keeping yourself up to date with what's going on in your municipality and certain things that needed to be worked on. So maybe I just want to touch base on that because ਕਿਉਂਕਿ ਸਾਡੇ ਵਿਕਟੋਰੀਆ ਦੇ ਵਿੱਚ ਵੀ ਹੁਣ ਕੌਂਸਲ ਇਲੈਕਸ਼ਨਸ ਆਉਣ ਵਾਲੇ ਨੇ ਤੇ ਇੱਥੇ ਵੀ ਕਾਫੀ ਜਿਹੜੇ ਪੰਜਾਬੀ ਭਾਈਚਾਰੇ ਚੋਂ ਉਹਨਾਂ ਨੇ ਕੰਟੈਸਟ ਕਰਨ ਦੇ ਲਈ ਜਿਹੜੇ ਆਪਣੇ ਨਾਮ ਜਿਹੜੇ ਹੈ ਉਹ ਨਾਮਜ਼ਦ ਕੀਤੇ ਹੋਏ ਨੇ so maybe if you can elaborate a little bit what kind of maybe some suggestions what can help them to progress in the campaign ਦੇ ਵਿੱਚ ਜਾਂ ਉਹਨਾਂ ਦੀ victory ਦੇ ਵਿੱਚ help ਕਰ ਸਕਦੇ ਆ so if you can share some tactics on that actually it's quite practical. I mean every technique is very typical about the local situation but first of all it will be the same arguments get involved in politics get involved in civil society get involved in between depending on your own preferences of party get involved because as long you are not involved in this kind of level of new politics on corporations municipal corporations you will be never heard if you care about your life your willing being your life for the 10 years comings your security your identity you have to get involved
And I hope that by seeing this kind of example in France or other countries, it will help other youths, non-Juan sisters and brothers in Australia, especially in Victoria, to get involved and get them in charge for the next elections. I just hope that you will be again happy to see new faces, new Sardars, sisters and brothers in the Victoria country has a new elected for the next 3 months coming. Yeah, that's really good. So I just want to share some of the comments and the audience that's watching us at this time. So you're getting congratulations and messages from all over Australia, so which is really great. We've got one message. I'm not sure if that's in French. I'm displaying that on screen, so probably you can read it and make up whether Très it's. inspirant. I don't know what it means. It means very inspiring. Awesome. Merci beaucoup. Okay. All righty. Thank you so much. So yeah, so thanks to all the audience who is sharing congratulatory messages at this stage. I think we are really proud of Sardar Ranjit Singh ji. So ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਜਿਹੜਾ ਨਾਮ ਕਹਿੰਦੇ ਨਾ ਸਿੱਖੀ, ਇਹ ਸਿੱਖਾਂ ਵਾਸਤੇ ਹੈ। ਰਣਜੀਤ ਸਿੰਘ ਜੀ ਦਾ ਨਾਮ ਨਹੀਂ ਹੈ, ਪੂਰੇ ਸਿੱਖਾਂ ਵਾਸਤੇ ਇੱਕ ਜਿਹੜਾ ਫਖਰ ਨਾਲ ਸਾਡਾ ਸਿਰ ਉੱਚਾ ਹੋਇਆ ਹੈ। ਸੋ ਦੈਟਸ ਰੀਅਲੀ ਗ੍ਰੇਟ। ਸੋ ਰਣਜੀਤ ਜੀ, ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ ਹੈ and sharing all these insights from your life and as well as how you actually grew up in Sikhi. So maybe if you can share any message for your fellow Sikh community and any messages that you would like to share. अपनी सिख कम्यूनिटी में आही कहूँगा तुसी चढ़ती कला विच रहो, अपना इतिहास वाल देखो, ਇਹ ਫਕਰ ਨਾਲ ਤੁਸੀਂ ਪੇਸ਼ ਕਰੋ। ਤੁਸੀਂ ਸਿੱਖ ਹੈਗੇ ਆ, ਜਿੰਨਾ ਚਿਰ ਤੁਸੀਂ ਆਪਣੇ ਫਕਰ ਨਾਲ ਕਹਿ ਸਕਦੇ ਤੁਸੀਂ ਤੁਹਾਡਾ ਇਤਿਹਾਸ ਜਾਣਕਾਰੀ ਹੈਗੀ ਤੁਹਾਡੇ ਕੋਲ, ਇਹ ਤੁਸੀਂ ਆਪਣੇ ਆਪ ਨੂੰ ਪੇਸ਼ ਕਰ ਸਕਦੇ। ਤੁਸੀਂ ਜਿਹੜੇ ਵੀ ਔਕਤਾਂ ਆਉਂਦੀਆਂ ਉਹ ਆਪਣੇ ਆਪ ਪਿੱਛੇ ਹੋ ਜਾਣਗੀਆਂ, ਕੋਈ ਤੁਸੀਂ ਡਿਰ ਕੇ ਤੁਸੀਂ ਆਪਣੀ ਚੜ੍ਹਦੀ ਕਲਾ ਵਿੱਚ ਰਿਹਾ ਕਰੋ। The last words I will say, it will be in French because I'm French and I don't really appreciate I might pause you on that before I let you say your last words. I just want to touch base something on Punjabi language as well. ਕਿ ਤੁਸੀਂ ਇਨ ਫਰਾਂਸ ਚ ਰਹਿ ਰਹੇ ਹੋ, ਤੁਸੀਂ ਬਹੁਤ ਸੋਹਣੀ ਪੰਜਾਬੀ ਵੀ ਬੋਲ ਰਹੇ ਹੋ, ਤੇ ਉੱਥੇ ਪੰਜਾਬੀ ਦਾ ਜਿਹੜਾ ਲੈਂਗੁਏਜ ਦਾ ਉੱਥੇ ਉਹਦੇ ਵਾਸਤੇ ਕੀ ਇਸ ਵਕਤ ਜਿਹੜੇ ਉਪਰਾਲੇ ਹੋ ਰਹੇ ਨੇ ਫਰਾਂਸ ਦੇ ਵਿੱਚ? ਆਰ ਦੇयर ਐਨੀ ਪੰਜਾਬੀ ਸਕੂਲਸ ਔਰ ਆਰ ਯੂ ਟੀਚਿੰਗ ਪੰਜਾਬੀ, ਕਿ ਘਰਾਂ ਦੇ ਵਿੱਚ ਹੀ ਪੰਜਾਬੀ ਕਿਸ ਤਰ੍ਹਾਂ ਉੱਥੇ ਚੱਲ ਰਿਹਾ ਸਭ ਕੁਝ? ਅਸਲ ਤੇ ਪੰਜਾਬੀ ਆਪਾਂ ਸਿੱਖੀ ਕਮਿਊਨਿਟੀ ਕੈਂਪਾਂ ਵਿੱਚ ਤੇ ਗੁਰਦੁਆਰੇ ਦੇ ਨਾਲ ਮੋਸਟਲੀ ਸਾਨੂੰ ਗੁਰਦੁਆਰੇ ਦੀ ਕਾਫੀ ਸਾਥ ਦੀ ਲੋੜ ਆ, ਕਿਉਂਕਿ ਜਿੰਨਾ ਚਿਰ ਸਿੱਖ ਕਮਿਊਨਿਟੀ ਗੁਰਦੁਆਰੇ ਹੈਗੇ ਆ, ਸਾਡਾ ਸਪੇਸ ਹੈਗਾ ਆਪਣੀ ਕੰਫਰਟ ਜ਼ੋਨ, ਜਿੱਥੇ ਆਪਾਂ ਆਪਣਾ ਸੱਭਿਆਚਾਰ, ਆਪਣਾ ਇਤਿਹਾਸ, ਆਪਾਂ ਆਪਣਾ ਧਰਮ ਸਿੱਖ ਸਕਦੇ ਹਾਂ। ਇਹ ਪੰਜਾਬੀ ਆਪਾਂ ਇਸੇ ਤਰ੍ਹਾਂ ਸਿੱਖੀ ਆ ਸਕੂਲਾਂ ਦੇ ਗੁਰਦੁਆਰੇ, ਪਰ ਆ ਵੀ ਆਸ ਹੈਗੀ ਆ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਵਾਸਤੇ ਕਿ ਫਰੈਂਡਸ ਪੰਜਾਬੀ ਸਿਖਾਇਆ ਜਾਵੇ ਸਕੂਲਾਂ ਦੇ ਵਿੱਚ। ਇਹ ਵੀ ਪ੍ਰਾਪਤ ਹੋ ਸਕਦੀ ਹੈ step by step because there's different communities in France, Arabic people, Egyptians, different kind of communities, and they all want to preserve the culture. ਇਹ ਆਪਣਾ ਸੱਭਿਆਚਾਰ, ਆਪਣੀ ਬੋਲੀ ਭਾਸ਼ਾ ਨੂੰ ਰੱਖਣ ਵਾਸਤੇ ਸਾਨੂੰ ਲੋੜ ਹੈ ਕਿ ਇੰਸਟੀਟਿਊਸ਼ਨਸ ਇਹ ਭਾਸ਼ਾ ਵਾਸਤੇ ਸਿੱਖਣ ਵਾਸਤੇ ਮੌਕਾ ਮਿਲੇ ਇੱਥੇ। ਇਸ ਲਈ ਆਪਾਂ ਸਾਡੇ ਲੈਵਲ ਦੀ ਗੱਲ ਨਹੀਂ ਕਿ ਆਪਾਂ ਇਹ ਵੀ ਪੇਸ਼ ਕਰਾਂਗੇ ਕਿ ਆਪਾਂ ਹਰ ਇੱਕ ਡਾਇਵਰਸਿਟੀ ਕਮਿਊਨਿਟੀਜ਼ ਨੂੰ ਨਾ ਮੌਕਾ ਮਿਲੇ ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣੀ ਭਾਸ਼ਾ ਮੌਕਾ ਮਿਲੇ ਸਿੱਖਣ ਵਾਸਤੇ। ਸੋ ਅੱਜ ਕੱਲ੍ਹ ਸਾਨੂੰ ਗੁਰਦੁਆਰੇ ਅਤੇ ਗੁਰਮਤਿ ਕੈਂਪਾਂ ਵਿੱਚ ਮੌਕਾ ਮਿਲਦਾ, ਪਰ ਆਪਾਂ ਆ ਵੀ ਆਸ ਕਰਦੇ ਕਿ ਜਿਹੜੀ ਸਾਡੀ ਡਾਇਵਰਸ ਕਲਚਰ ਹੈਗੀ ਆ ਉਹ ਪ੍ਰੀਜ਼ਰਵ ਹੋਵੇ। ਇਹ ਚਾਹੀਦੀ ਹੈ ਕਿ ਆਪਾਂ ਹੈਲਪ ਕਰੀਏ ਇਹਨਾਂ ਨੂੰ। ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ। ਆਈ ਥਿੰਕ ਰੀਅਲੀ ਮੈਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਤੇ ਇਟਸ ਰੀਅਲੀ ਇੰਪੋਰਟੈਂਟ ਪਤਾ ਲੱਗਦਾ ਹੈ ਕਿ ਕਿਵੇਂ ਅਸੀਂ ਆਪਣੇ ਇਹੋ ਜਿਹੇ ਬੇਗਾਨੇ ਮੁਲਕਾਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣੇ ਸੱਭਿਆਚਾਰ, ਆਪਣੇ ਧਰਮ ਦੇ ਨਾਲ ਜੁੜ ਕੇ, ਆਪਣੀ ਵੈਲਿਊਜ਼ ਨਾਲ ਜੁੜ ਕੇ ਵੀ ਇਸ ਮੁਕਾਮ ਤੱਕ ਜਿਹੜਾ ਪਹੁੰਚ ਸਕਦੇ ਹਾਂ। ਜਜ਼ਬਾ ਚਾਹੀਦਾ ਹੈ, ਸੋ ਇੱਕ ਪੋਜ਼ਿਟਿਵ ਐਟੀਟਿਊਡ ਚਾਹੀਦਾ ਹੈ। ਸੋ ਆਈ ਥਿੰਕ ਦੈਟ ਕੈਨ change the game. So thank you so much, Veerji. We've learned a lot from you today. So I'm happy for you to say your last words before you leave us today in French language. But do explain the meaning of those words as well. For sure. Non, mais je remercie SyncStation.net pour m'avoir donné un peu de temps pour parler avec la communauté et toutes les personnes de l'auditoire. Merci beaucoup. Soyez motivés. Dans la ville de Bobigny, on a un grand projet avec Abdel Sadi et on continuera pour avancer les choses pour les Balbiniens. So I just said thank you very much for SyncStations. With Abdel Sadi, our new mayor, and myself, we are going to change things in Bobigny, and we hope to come back just to show you all these differences. Thank you. Thank you so much, Veerji, for your time today, and best wishes from Australian Sikh community and for your future in this council. And hopefully, we wish to see you growing
in the community, and we will be keeping in touch with you with more updates from your side and how you're progressing in your area. So best of luck from our side. Thank you so much for your time today. ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਤੁਹਾਡਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ-ਬਹੁਤ ਧੰਨਵਾਦ ਜੀ ਅਸੀਂ ਸਾਰੀ ਆਡੀਅנס ਦਾ ਜਿਨ੍ਹਾਂ ਨੇ ਕਿ ਇਸ ਵਕਤ ਇਸ ਇੰਟਰਵਿਊ ਦੇ ਨਾਲ ਜੁੜ ਕੇ ਤੇ ਸਾਨੂੰ ਜਿਹੜਾ ਹੈ ਸਪੋਰਟ ਵੀ ਕੀਤਾ। ਸੋ ਦੋਸਤੋ ਇੱਕ ਸਿਰਫ ਜਿਹੜੀ ਮੇਨ ਗੱਲ ਜਿਹੜੀ ਸਿੱਖਣ ਵਾਲੀ ਸੀ ਇਸ ਇੰਟਰਵਿਊ ਦੇ ਵਿੱਚ ਬਹੁਤ ਇੰਪੋਰਟੈਂਟ, ਜਿਵੇਂ ਅਸੀਂ ਦੇਖਦੇ ਹਾਂ ਕਿ ਇਹਨਾਂ ਕੰਟਰੀਜ਼ ਦੇ ਵਿੱਚ ਵੀ ਬਹੁਤ ਉਪਰਾਲੇ ਹੋ ਰਹੇ ਨੇ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਗੁਰਮਤ ਕੈਂਪਸ ਲਗਾਏ ਜਾਂਦੇ ਨੇ। ਤੇ ਜਿਵੇਂ ਵੀਰ ਜੀ ਨੇ ਵੀ ਦੱਸਿਆ ਕਿ ਕਿਵੇਂ ਗੁਰਮਤ ਕੈਂਪਸ ਉਹਨਾਂ ਨੇ ਉਹਨਾਂ ਦੀ ਲਾਈਫ ਨੂੰ ਚੇਂਜ ਕੀਤਾ। ਤੇ ਉਹ ਜਿਹੜਾ ਪ੍ਰਚਾਰ ਸੀ, ਕਈ ਵਾਰ ਮੁਸ਼ਕਿਲਾਂ ਆਉਂਦੀਆਂ ਨੇ, ਸਾਨੂੰ ਵੀ ਇੱਥੇ ਸਕੂਲਾਂ ਦੇ ਵਿੱਚ ਫੇਸ ਕਰਨਾ ਪੈਂਦਾ ਹੈ ਕਿ ਦਸਤਾਰਾਂ ਦੀ ਬੈਨ ਲੱਗ ਜਾਂਦੀ ਹੈ ਤੇ ਹੋਰ ਵੀ ਕੰਮਕਾਜ ਤੇ ਵੀ ਕਈ ਵਾਰੀ ਕਹਿੰਦੇ ਨੇ ਕਿ ਦਸਤਾਰ ਨਹੀਂ ਪਾ ਸਕਦੇ ਹੈਗੇ। ਪਰ ਕਿਸ ਤਰ੍ਹਾਂ ਤੁਸੀਂ ਫਿਰ ਵੀ ਉਸ ਜੇ ਤੁਹਾਡਾ ਆਪਣਾ ਜਿਹੜਾ ਜਜ਼ਬਾ ਕਾਇਮ ਹੈ, ਜੇ ਤੁਹਾਨੂੰ ਪਤਾ ਹੈ ਕਿ ਨਹੀਂ ਕੁਛ ਵੀ ਹੋ ਜਾਏ ਮੈਂ ਆਪਣੇ ਧਰਮ ਦੀ ਖਾਤਰ ਮੈਂ ਆਪਣੀ ਦਸਤਾਰ ਨੂੰ ਜਿਹੜਾ ਹੈ ਉਹ ਨਹੀਂ ਉਤਾਰਨੀ, ਮੈਂ ਆਪਣੇ ਧਰਮ ਨੂੰ ਫੋਲੋ ਕਰਨਾ ਹੈ, ਤੇ ਸਭ ਕੁਝ ਫਿਰ ਵੀ ਪੋਸੀਬਲ ਹੈ। ਤੁਸੀਂ ਇੱਥੇ ਰਹਿੰਦਿਆਂ ਹੋਇਆਂ ਵੀ ਮੁਸ਼ਕਿਲਾਂ ਦੇ ਨਾਲ ਲੜ ਕੇ ਵੀ ਜਿਹੜਾ ਹੈ ਇਸ ਮੁਕਾਮ ਤੱਕ ਪਹੁੰਚ ਸਕਦੇ ਹੋ। ਸੋ ਆਈ ਹੋਪ ਕਿ ਤੁਹਾਨੂੰ ਇਸ ਇੰਟਰਵਿਊਜ਼ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੇ ਬੀਇੰਗ ਭਾਈ ਰਣਜੀਤ ਸਿੰਘ ਜੀ, ਆਈ ਥਿੰਕ ਹੀ ਇਜ਼ ਅ ਗ੍ਰੇਟ ਮਾਡਲ ਫॉर ਅਸ, ਰੋਲ ਮਾਡਲ ਫॉर ਅਸ ਟੁਡੇ। ਸੋ ਥੈਂਕ ਯੂ ਫॉर ਵਾਚਿੰਗ। ਤੇ ਜੇ ਤੁਹਾਨੂੰ ਇੰਟਰਵਿਊ ਪਸੰਦ ਆਵੇ ਤੁਸੀਂ ਅੱਗੇ ਵੀ ਪਲੀਜ਼ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤਾਂ ਕਿ ਜਿਹੜਾ ਇਹ ਪ੍ਰਚਾਰ ਹੈ ਅਸੀਂ ਅੱਗੇ ਹੋਰ ਤੱਕ ਲਿਜਾ ਸਕੀਏ। ਸੋ ਕੱਲ੍ਹ ਜੀ ਜਿਹੜੇ ਨੋਰਮਲ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਲੈ ਕੇ ਆਉਂਦੇ ਹਫਤੇ ਦੇ ਵਿੱਚ ਤੁਹਾਡੇ ਨਾਲ ਫਿਰ ਜੁੜਦੇ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।